ਗੁਰੂ ਨਾਨਕ ਦੀਆਂ ਨਜ਼ਰਾਂ ਵਿੱਚ ਧਰਮੀ ਕੌਣ? ਮਨੁੱਖਤਾ ਦੇ ਸਵਾਸਾਂ ਵਿੱਚ ਰਮੇ ਧਰਮ ਸੰਬੰਧੀ ਜੇਕਰ ਕੁਝ ਮਨੁੱਖਾਂ ਦੇ ਹੀ ਮਨ ਵਿੱਚ ਨਫ਼ਰਤ ਪੈਦਾ ਹੋਈ ਹੈ ਤਾਂ ਇਸ ਦਾ ਕਾਰਨ ਧਰਮ ਨਹੀਂ ਬਲਕਿ ਧਰਮੀ ਅਖਵਾਉਣ ਵਾਲੇ ਲੋਕਾਂ ਦਾ ਅਧਰਮੀ ਕਿਰਦਾਰ ਹੈ। ਇਸ ਹਕੀਕਤ ਨੂੰ ਸਮਝਿਆ ਜਾਣਾ ਚਾਹੀਦਾ ਹੈ ਕਿ ਧਰਮ ਦਾ ਉਪਦੇਸ਼ ਜੇਕਰ ਕਿਸੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦੇ ਮੁਖ ਰਾਹੀਂ ਮਨੁੱਖਤਾ ਤੱਕ ਪੁੱਜੇਗਾ ਤਾਂ ਉਹ ਨਾਸਤਿਕਾਂ ਨੂੰ ਵੀ ਧਰਮ ਬਣਾ ਦੇਵੇਗਾ। ਪਰ ਇਹੀ ਉਪਦੇਸ਼ ਜਦੋਂ ਕਿਸੇ ਔਰੰਗਜ਼ੇਬ, ਹਿਟਲਰ ਅਤੇ ਬਾਲ ਠਾਕਰੇ ਵਰਗਿਆਂ ਦੇ ਰਾਹੀਂ ਮਨੁੱਖਤਾ ਤੱਕ ਪੁੱਜੇਗਾ ਤਾਂ ਕਈ ਆਸਤਿਕਾਂ ਦੇ ਮਨ ਵਿੱਚ ਵੀ ਧਰਮ ਪ੍ਰਤੀ ਨਫ਼ਰਤ ਪੈਦਾ ਕਰ ਉਹਨਾਂ ਨੂੰ ਨਾਸਤਿਕ ਬਣਾ ਦੇਵੇਗਾ। ਪਰ ਅਖੈਤੀ ਧਰਮ ਲੋਕਾਂ ਦਾ ਕਿਰਦਾਰ ਵੇਖ ਕੇ ਧਰਮ ਤੋਂ ਮੂੰਹ ਉਹ ਚੰਦ ਕੁ ਸੱਜਣ ਹੀ ਮੋੜ ਸਕਦੇ ਹਨ ਜਿਹੜੇ ਇਹ ਗੱਲ ਸਮਝਣ ਤੋਂ ਅਸਮਰੱਥ ਰਹਿੰਦੇ ਹਨ ਕਿ ਜੇਕਰ ਕੋਈ ਪੁਲਿਸ ਵਾਲਾ ਹੀ ਕਾਨੂੰਨ ਦੀ ਬਖਸ਼ੀ ਵਰਦੀ ਪਾ ਕੇ ਕਿਸੇ ਨੂੰ ਲੁੱਟ ਲਵੇ ਤਾਂ ਇਸ ਲਈ ਕਾਨੂੰਨ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਸ ਲਈ ਅੱਜ ਦੀ ਇਹ ਮੁੱਖ ਲੋੜ ਹੈ ਕਿ ਹੁਣ ਬਹਿਸ ਦਾ ਰੂਪ ਧਾਰ ਕਰ ਚੁੱਕੀ ਵਿਚਾਰ ਚਰਚਾ ਦਾ ਵਿਸ਼ਾ ਧਰਮ ਨਹੀਂ ਸਗੋਂ ਧਰਮੀ ਨੂੰ ਬਣਾਇਆ ਜਾਵੇ। ਗੁਰੂ ਨਾਨਕ ਸਾਹਿਬ ਦੀ ਮਨੁੱਖਤਾ ਨੂੰ ਦਿੱਤੀ ਗਈ ਮਹਾਨ ਦੇਣ ਤੋਂ ਕੋਈ ਨਾਸਤਿਕ ਵੀ ਇਨਕਾਰ ਨਹੀਂ ਕਰ ਸਕਦਾ। ਇਸ ਲਈ ਧਰਮੀ ਮਨੁੱਖ ਕਿਹੋ ਜਿਹਾ ਹੁੰਦਾ ਹੈ ਜਾਂ ਹੋਣਾ ਚਾਹੀਦਾ ਹੈ, ਇਹ ਗੁਰੂ ਨਾਨਕ ਸਾਹਿਬ ਜੀ ਤੋਂ ਹੀ ਪੁੱਛ ਲਿਆ ਜਾਵੇ ਤਾਂ ਧਰਮ ਸੰਬੰਧੀ ਬੇਲੋੜੇ ਵਿਵਾਦ ਦੀ ਲੋੜ ਹੀ ਨਹੀਂ ਰਹੇਗੀ। ਗੁਰਮਤਿ ਅਨੁਸਾਰ ਧਰਮ ਕਦੀ ਕਿਸੇ ਨੂੰ ਵਿਰਸੇ ਵਿੱਚ ਨਹੀਂ ਮਿਲਿਆ ਕਰਦਾ। ਧਰਮ ਤਾਂ ਕਮਾਉਣਾ ਹੀ ਪੈਂਦਾ ਹੈ। ਸਭ ਤੋਂ ਪਹਿਲਾਂ ਅਸੀਂ ਇਹ ਦੇਖ ਲੈਂਦੇ ਹਾਂ ਕਿ ਗੁਰੂ ਨਾਨਕ ਸਾਹਿਬ ਅਨੁਸਾਰ ਧਰਮ ਦੀ ਕਮਾਈ ਦਾ ਆਰੰਭ ਕਿੱਥੋਂ ਹੁੰਦਾ ਹੈ। ਗੁਰੂ ਨਾਨਕ ਸਾਹਿਬ ਦਾ ਨਿਰਣਾ ਹੈ, ਸੇਵਾ ਕੀਤ ਸੰਦੋਵਈ ਜਿਨੀ ਸੱਚੋ ਸੱਚ ਧਿਆਇਆ, ਊਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ। ਗੁਰੂ ਨਾਨਕ ਸਾਹਿਬ ਅਨੁਸਾਰ ਧਰਮ ਦੀ ਕਮਾਈ ਸੇਵਾ ਤੋਂ ਆਰੰਭ ਹੁੰਦੀ ਹੈ। ਉਹ ਸੇਵਾ ਜੋ ਕੇਵਲ ਸੰਤੋਖੀ ਪੁਰਖ ਹੀ ਕਰ ਸਕਦੇ ਹਨ। ਸੇਵਾ ਦਾ ਸਿੱਖੀ ਵਿੱਚ ਉੱਘਾ ਸਥਾਨ ਹੈ। ਪਰ ਇੱਕ ਗੱਲ ਸਿੱਖੀ ਦੇ ਪੈਰੋਕਾਰਾਂ ਲਈ ਵੀ ਸਮਝਣੀ ਜ਼ਰੂਰੀ ਹੈ ਕਿ ਸੇਵਾ ਸ਼ਬਦ ਦੇ ਅਰਥ ਗੁਰਦੁਆਰੇ ਦੀ ਚਾਰਦੀਵਾਰੀ ਅੰਦਰ ਬੰਦ ਨਹੀਂ ਕੀਤੇ ਜਾ ਸਕਦੇ। ਗੁਰਦੁਆਰੇ ਦੀ ਚਾਰਦੀਵਾਰੀ ਦੇ ਅੰਦਰ ਕੀਤੇ ਜਾਣ ਵਾਲੇ ਲੋੜੀਂਦੇ ਕੰਮ ਤਾਂ ਸੇਵਾ ਦਾ ਇੱਕ ਬਹੁਤ ਹੀ ਨਿੱਕਾ ਜਿਹਾ ਹਿੱਸਾ ਹਨ। ਗੁਰੂ ਨਾਨਕ ਸਾਹਿਬ ਦੇ ਸਿੱਖ ਵੱਲੋਂ ਤਾਂ ਆਪਣੀ ਉਪਜੀਵਿਕਾ ਲਈ ਕੀਤੇ ਜਾਣ ਵਾਲੇ ਕੰਮਾਂ ਵਿੱਚੋਂ ਵੀ ਸੇਵਾ ਦੀ ਮਹਿਕ ਆਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਜੇਕਰ ਅਸੀਂ ਸਮਰੱਥਾ ਹੁੰਦੇ ਹੋਏ ਵੀ ਕਿਸੇ ਲਾਚਾਰ ਲੋੜਵੰਦ ਦੀ ਸਹਾਇਤਾ ਤੋਂ ਮੂੰਹ ਮੋੜ ਲੈਂਦੇ ਹਾਂ ਤਾਂ ਅਸੀਂ ਗੁਰਮਤਿ ਵਿਚਲੀ ਸੇਵਾ ਦੇ ਅਜੇ ਨੇੜੇ ਵੀ ਨਹੀਂ। ਇਸ ਲਈ ਹੀ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਹਨ ਕਿ ਸੇਵਾ ਕੇਵਲ ਸੰਤੋਖੀ ਹੀ ਕਰ ਸਕਦੇ ਹਨ। ਸੰਤੋਖ ਧਰਮੀ ਮਨੁੱਖ ਦਾ ਗਹਿਣਾ ਹੈ। ਜਿਸ ਕੋਲ ਸੰਤੋਖ ਨਹੀਂ ਉਸਨੂੰ ਧਰਮ ਦੀ ਡੰਡੀ ਦਾ ਰਾਹ ਹੀ ਨਹੀਂ ਪਤਾ। ਜਿੱਥੇ ਜਿਵੇਂ ਰੋਸ਼ਨੀ ਨਾ ਹੋਵੇ ਉੱਥੇ ਹਨੇਰੇ ਦਾ ਹੋਣਾ ਲਾਜ਼ਮੀ ਹੈ, ਉਸੇ ਤਰ੍ਹਾਂ ਜਿੱਥੇ ਸੰਤੋਖ ਨਾ ਹੋਵੇ ਉੱਥੇ ਤ੍ਰਿਸ਼ਨਾ ਅਥਵਾ ਲਾਲਸਾ ਦੀ ਹੋਂਦ ਹੋਣੀ ਯਕੀਨੀ ਹੈ ਅਤੇ ਜਿੱਥੇ ਤ੍ਰਿਸ਼ਨਾ ਅਤੇ ਲਾਲਸਾ ਹਨ ਉੱਥੇ ਧਰਮ ਅਤੇ ਸੇਵਾ ਦੀ ਆਸ ਹੀ ਫਜ਼ੂਲ ਹੈ। ਸੰਤੋਖ ਵਿੱਚ ਤਿਆਗ ਦੀ ਭਾਵਨਾ ਉਪਜਦੀ ਹੈ ਅਤੇ ਤ੍ਰਿਸ਼ਨਾ ਵਿੱਚ ਲੁੱਟ ਖੋਹ ਕੇ ਵੀ ਆਪਦੇ ਕੋਲ ਇਕੱਠਾ ਕਰ ਲੈਣ ਦੀ ਲਾਲਸਾ। ਸੇਵਾ ਲਈ ਲੋੜ ਤਿਆਗ ਹੈ ਅਤੇ ਜਿਸ ਲਈ ਸੰਤੋਖ ਦਾ ਹੋਣਾ ਜ਼ਰੂਰੀ ਹੈ ਅਤੇ ਸੰਤੋਖ ਦੀ ਅਨਮੋਲ ਦਾਤ ਉਹਨਾਂ ਨੂੰ ਹੀ ਪ੍ਰਾਪਤ ਹੈ ਜਿਨੀ ਸੱਚੋ ਸੱਚ ਧਿਆਇਆ। ਗੁਰਮਤਿ ਵਿੱਚ ਅਕਾਲ ਪੁਰਖ ਨੂੰ ਸੱਚ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਅਕਾਲ ਪੁਰਖ ਦੇ ਗੁਣਾਂ ਦੇ ਗੀਤ ਗਾਉਂਦੇ ਹੋਏ ਅਸੀਂ ਉਹਨਾਂ ਗੁਣਾਂ ਨੂੰ ਧਾਰਨ ਕਰਨਾ ਹੈ। ਉਹ ਸੱਚ ਹੈ, ਸੰਤੋਖੀ ਹੈ, ਦਾਤਾ ਹੈ, ਮਿੱਠ ਬੋਲੜਾ ਅਤੇ ਸੁਕ੍ਰਿਤੀ ਹੈ। ਅਜਿਹੇ ਗੁਣਾਂ ਨੂੰ ਧਾਰਨ ਕੀਤੇ ਬਿਨਾਂ ਕੀ ਉਸ ਦੀ ਭਗਤੀ ਸੰਭਵ ਹੈ? ਗੁਰੂ ਨਾਨਕ ਸਾਹਿਬ ਜੀ ਦੱਸਦੇ ਹਨ, ਵਿਣ ਗੁਣ ਕੀਤੇ ਭਗਤ ਨਾ ਹੋਏ। ਪਰ ਸਾਡੀ ਤਾਂ ਅੱਜ ਉਹ ਹਾਲਤ ਹੈ ਕਿ ਅਜੇ ਮੁੱਢਲੀ ਪੌੜੀ 'ਤੇ ਵੀ ਪੈਰ ਨਹੀਂ ਧਰਿਆ ਅਤੇ ਮੰਜ਼ਿਲ ਪਾ ਲੈਣ ਦਾ ਭਰਮ ਪਾਲੀ ਬੈਠੇ ਹਾਂ। ਗੁਰਮਤਿ ਵਿਚਾਰਧਾਰਾ ਦੀ ਇਹ ਖੂਬੀ ਹੈ ਕਿ ਇਹ ਕੇਵਲ ਜ਼ਬਾਨੀ ਉਪਦੇਸ਼ਾਂ ਦਾ ਭੰਡਾਰ ਨਹੀਂ, ਇਹ ਸਿੱਖਿਆ ਗੁਰੂ ਸਾਹਿਬਾਨ ਵੱਲੋਂ ਅਮਲੀ ਤੌਰ 'ਤੇ ਕਮਾ ਕੇ ਬਖਸ਼ਿਸ਼ ਕੀਤੀ ਗਈ ਹੈ। ਗੁਰੂ ਨਾਨਕ ਸਾਹਿਬ ਅਨੁਸਾਰ ਧਰਮੀ ਕੌਣ ਹੈ, ਇਹ ਜਾਣਨ ਲਈ ਸਾਨੂੰ ਸੰਸਾਰ ਉੱਪਰ ਇੱਕ ਚਾਨਣ ਮਨਾਰੇ ਵਜੋਂ ਸਥਾਪਿਤ ਹੋ ਚੁੱਕੇ ਗੁਰਮਤਿ ਇਨਕਲਾਬ ਦੇ ਸੁਨਹਿਰੀ ਇਤਿਹਾਸ ਤੋਂ ਅਗਵਾਈ ਲੈਣੀ ਪਵੇਗੀ। ਜਦੋਂ ਧਰਮੀ ਹੋਣ ਦੀ ਪਛਾਣ ਕੁਝ ਖਾਸ ਕਿਸਮ ਦਾ ਭੇਖ ਧਾਰਨ ਕਰਕੇ ਵਿਹਲੇ ਰਹਿ ਕੇ ਕਿਰਤੀਆਂ ਦੀ ਕਮਾਈ ਉੱਪਰ ਪਲਣ ਵਾਲਿਆਂ ਦੇ ਰੂਪ ਵਿੱਚ ਕੀਤੀ ਜਾਣ ਲੱਗ ਪਈ ਸੀ, ਉਦੋਂ ਧਰਮ ਦੀ ਕਿਰਤ ਕਰਦੇ ਅਤੇ ਇਸ ਵਿੱਚੋਂ ਲੋੜਵੰਦਾਂ ਨੂੰ 13 ਕਹਿ ਕੇ ਵੰਡਦੇ ਹੋਏ ਗੁਰੂ ਨਾਨਕ ਸਾਹਿਬ ਜਿੱਥੇ ਘਾਲ ਕਾਇ ਕਿਛ ਹੱਥੋਂ ਦੇ ਦੀ ਉੱਤਮ ਮਿਸਾਲ ਪੇਸ਼ ਕਰਦੇ ਹਨ, ਉੱਥੇ ਹੀ ਕਰ ਪੰਨੋਂ ਨੀਚ ਸਦਾਈਐ ਦੀ ਵੀ ਬੜੀ ਸੁੰਦਰ ਅਮਲੀ ਵਿਆਖਿਆ ਕਰਦੇ ਹਨ।
ਜਦੋਂ ਲਾਹੌਰ ਵਿੱਚ ਚੇਚਕ ਦਾ ਮਾਰੂ ਹਮਲਾ ਹੋਇਆ ਅਤੇ ਲਾਹੌਰ ਦੇ ਕਈ ਜ਼ਿੰਮੇਵਾਰ ਅਧਿਕਾਰੀ ਵੀ ਸੜਕਾਂ 'ਤੇ ਪਈਆਂ ਮੋਈਆਂ ਅਤੇ ਮੋਈਆਂ ਲਾਸ਼ਾਂ ਨੂੰ ਲਿਤਾੜਦੇ ਹੋਏ ਸ਼ਹਿਰ ਛੱਡ ਕੇ ਭੱਜ ਗਏ ਸਨ ਤਾਂ ਅੰਮ੍ਰਿਤਸਰ ਤੋਂ ਚੱਲ ਕੇ ਆਏ ਅਤੇ ਲੋਥਾਂ ਵਿੱਚੋਂ ਲੱਭ ਕੇ ਬਿਮਾਰਾਂ ਦੀ ਸੇਵਾ ਕਰਦੇ ਹੋਏ ਗੁਰੂ ਅਰਜਨ ਸਾਹਿਬ ਜੀ ਵਿੱਚ ਦੁਨੀਆ ਸੇਵ ਕਮਾਈਏ ਦੇ ਔਖੇ ਹੱਥ ਹੀ ਸਿੱਖਾਂ ਲਈ ਸਰਲ ਕਰ ਰਹੇ ਸਨ। ਪੈ ਕਾਹੂ ਕੋ ਨੇਤ ਨੈ ਭੈ ਮਾਨਤ ਆਨ ਦੇ ਨਾਅਰੇ ਦੇ ਨਾਲ ਹੀ ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਗੁਰੂ ਗੋਬਿੰਦ ਸਾਹਿਬ ਜੀ ਨੇ ਅਦੁੱਤੀ ਕੁਰਬਾਨੀਆਂ ਨਾਲ ਔਰੰਗਜ਼ੇਬ ਸਮੇਤ ਸਮੁੱਚੀ ਦੁਨੀਆ ਨੂੰ ਧਰਮ ਅਤੇ ਧਰਮੀ ਦੇ ਜੋ ਅਰਥ ਸਮਝਾਏ, ਉਸਨੇ ਇਸ ਤੁਕ ਦੀ ਹੋਰ ਕਿਸੇ ਵੀ ਦੀਵਾਨ ਗੋਚਰੀ ਵਿਆਖਿਆ ਦੀ ਲੋੜ ਨਹੀਂ ਰਹਿਣ ਦਿੱਤੀ। ਇਸ ਧਰਮ ਦੀ ਅਮਲੀ ਸਿੱਖਿਆ ਦਾ ਇਹ ਨਤੀਜਾ ਸੀ ਜਿਸਨੇ ਅਜਿਹੇ ਧਰਮੀ ਮਰਜੀਵੜੇ ਪੈਦਾ ਕੀਤੇ ਜੋ 7 ਸਾਲ ਦੇ ਬਾਲਕ ਤੋਂ ਲੈ ਕੇ 70 ਸਾਲ ਦੇ ਬਿਰਧ ਤੱਕ ਇਸ ਧਰਮ ਦੀ ਛਮਾ ਤੇ ਪਤੰਗਿਆਂ ਵਾਂਗ ਸੜਦੇ ਰਹੇ। ਇਹ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ ਦੀ ਅਮਲੀ ਸਿੱਖਿਆ ਹੀ ਸੀ ਜਿਸਨੇ ਇੱਕ ਬਾਲਕ ਦੇ ਮੂੰਹੋਂ ਸਮੇਂ ਦੀ ਸਰਕਾਰ ਤੋਂ ਮੇਰਾ ਪੁੱਤਰ ਸਿੱਖ ਨਹੀਂ ਦੇ ਰੂਪ ਵਿੱਚ ਮੰਗੀ ਗਈ ਰਹਿਮ ਦੀ ਭੀਖ ਦੀਆਂ ਧੱਜੀਆਂ ਮੇਰੀ ਮਾਂ ਝੂਠ ਬੋਲਦੀ ਹੈ ਦੀ ਸ਼ੇਰਾਂ ਵਾਲੀ ਗਰਜ ਦੇ ਨਾਲ ਉਡਾ ਦਿੱਤੀਆਂ। ਲਰੇ ਦੀਨ ਕੇ ਹੇਰ ਦੇ ਅਮਲੀ ਮਿਸ਼ਨ ਦੇ ਰੋਜ਼ਾਏ ਸੂਰੇ ਹੀ ਕੀਰ ਨੇ ਪਾਉਂਦੀਆਂ ਅਬਲਾਵਾਂ ਨੂੰ ਮੌਤ ਦੇ ਜਵਾੜਿਆਂ ਵਿੱਚੋਂ ਕੱਢ ਕੇ ਉਹਨਾਂ ਨੂੰ ਘਰੋਂ ਘਰੀ ਪਹੁੰਚਾਇਆ। ਗੁਰਮਤਿ ਇਨਕਲਾਬ ਧਰਮ ਨੂੰ ਸਮਰਪਿਤ ਧਰਮੀਆਂ ਵੱਲੋਂ ਲਿਆਂਦਾ ਗਿਆ ਇਨਕਲਾਬ ਹੀ ਹੈ। ਇਹ ਹਕੀਕਤ ਸੂਰਜ ਵਾਂਗ ਪ੍ਰਤੱਖ ਹੈ। ਪਰ ਅੱਜ ਗੁਰਮਤਿ ਇਨਕਲਾਬ ਦੇ ਵਾਰਸ ਅਤੇ ਦੁਨੀਆ ਦੇ ਸਰਵੋਤਮ ਧਰਮੀ ਅਖਵਾਉਣ ਵਾਲੇ ਸਾਡੇ ਵਰਗੇ ਸਿੱਖਾਂ ਨੂੰ ਇਸ ਸਵਾਲ ਦਾ ਜਵਾਬ ਗੁਰਮਤਿ ਵਿਚਾਰਧਾਰਾ ਅਤੇ ਗੁਰਮਤਿ ਇਨਕਲਾਬ ਨੂੰ ਕਸਵੱਟੀ ਬਣਾ ਕੇ ਹਾਸਲ ਕਰਨਾ ਚਾਹੀਦਾ ਹੈ ਕਿ ਅੱਜ ਅਸੀਂ ਕਿੱਥੇ ਕੁ ਖੜ੍ਹੇ ਹਾਂ। ਅਸੀਂ ਵੇਖ ਆਏ ਹਾਂ ਕਿ ਸੇਵਾ ਗੁਰੂ ਨਾਨਕ ਸਾਹਿਬ ਅਨੁਸਾਰ ਧਰਮ ਦੀ ਪਹਿਲੀ ਪੌੜੀ ਹੈ। ਸੇਵਾ ਦੇ ਖੇਤਰ ਵਿੱਚ ਜਿੱਥੇ ਸਾਡੇ ਗੁਰੂ ਸਾਹਿਬਾਨ ਤੇ ਖੁਦ ਅਮਲ ਪੂਰਨੇ ਪਾ ਕੇ ਦੱਸੇ, ਉੱਥੇ ਹੀ ਗੁਰੂ ਸਾਹਿਬਾਨ ਉਪਰੰਤ ਸਿੱਖ ਲਹਿਰ ਦੀ ਅਗਵਾਈ ਸੰਭਾਲਣ ਵਾਲੇ ਪੰਥਕ ਆਗੂ ਵੀ ਨਵਾਬੀਆਂ ਪੈਰਾਂ ਵਿੱਚ ਰੱਖਦੇ ਰਹੇ ਅਤੇ ਸੇਵਾ ਹੱਥਾਂ ਵਿੱਚ। ਇਹ ਅਮਲੀ ਤੌਰ 'ਤੇ ਧਰਮੀ ਜੀਵਨ ਦੀ ਇੱਕ ਪੱਕੀ ਨਿਸ਼ਾਨੀ ਵਜੋਂ ਹੀ ਵੇਖਿਆ ਜਾਣਾ ਚਾਹੀਦਾ ਹੈ। ਕਿਤੇ ਇਹ ਨਾ ਸਮਝ ਲਿਆ ਜਾਵੇ ਕਿ ਉਕਤ ਆਗੂ ਕੇਵਲ ਧਰਮ ਦੀ ਪਹਿਲੀ ਪੌੜੀ ਤੱਕ ਹੀ ਪਹੁੰਚੇ ਸਨ। ਦਰਅਸਲ ਉਦੋਂ ਸਿੱਖ ਪੰਥ ਜਿਹੜੀ ਕਠਨ ਜਦੋਜਹਿਦ ਵਿੱਚੋਂ ਲੰਘ ਰਿਹਾ ਸੀ, ਉਸ ਵਿੱਚ ਧਰਮ ਦੀ ਮੰਜ਼ਿਲ ਤੋਂ ਹੇਠਾਂ ਵਾਲਾ ਕੋਈ ਸਿੱਖ ਸ਼ਾਮਿਲ ਹੀ ਨਹੀਂ ਹੋ ਸਕਦਾ ਸੀ। ਆਗੂਆਂ ਦੀ ਤਾਂ ਗੱਲ ਹੀ ਵੱਖਰੀ ਸੀ। ਇਸੇ ਹੀ ਸੰਦਰਭ ਵਿੱਚੋਂ ਜਦੋਂ ਅਜੋਕੇ ਆਗੂਆਂ ਦੇ ਵੱਲ ਹੀ ਪੜਚੋਲਵੀਂ ਨਜ਼ਰ ਮਾਰੀ ਜਾਵੇ ਤਾਂ ਉਹਨਾਂ ਵਿੱਚੋਂ ਬਹੁਤੇ ਆਪਣੇ ਆਪ ਨੂੰ ਸੇਵਾਦਾਰ ਨਹੀਂ, ਪ੍ਰਧਾਨ ਜਾਂ ਆਗੂ ਖਵਾ ਕੇ ਖੁਸ਼ ਹੁੰਦੇ ਹਨ। ਸੇਵਾਦਾਰ ਵਰਗਾ ਨਿਮਰਤਾ ਦਾ ਪ੍ਰਤੀਕ ਸ਼ਬਦ ਤਾਂ ਅੱਜ ਗੁਰਦੁਆਰਿਆਂ ਦੇ ਸਭ ਤੋਂ ਹੇਠਲੇ ਦਰਜੇ ਦੇ ਕਰਮਚਾਰੀਆਂ ਦੇ ਮੱਥੇ 'ਤੇ ਚਿਪਕਾ ਦਿੱਤਾ ਗਿਆ ਹੈ। ਇਹੀ ਕਾਰਨ ਹੈ ਕਿ ਅੱਜ ਸਾਡੇ ਆਗੂ ਸੇਵਾ ਨਹੀਂ ਕਰਦੇ ਬਲਕਿ ਹੁਕਮ ਕਰਦੇ ਹਨ। ਇਹਨਾਂ ਨੇ ਹੀ ਸਿੱਖਾਂ ਦੀਆਂ ਸੰਸਥਾਵਾਂ ਵਿੱਚ ਹੁਕਮ ਦੇ ਕੇ ਸੇਵ ਕਰਾਉਣ ਦਾ ਇੱਕ ਨਵਾਂ ਹੀ ਪੰਥਕ ਅਸੂਲ ਅਮਲ ਵਿੱਚ ਲਿਆਂਦਾ ਹੈ। ਇਹਨਾਂ ਨੂੰ ਕੌਣ ਸਮਝਾਵੇ ਕਿ ਹੁਕਮ ਦੇ ਕੇ ਵਗਾਰਤਾ ਕਰਵਾਈ ਜਾ ਸਕਦੀ ਹੈ, ਸੇਵਾ ਨਹੀਂ। ਜਿਨ੍ਹਾਂ ਮਨ ਅੰਦਰ ਸੇਵਾ ਦੀ ਭਾਵਨਾ ਅਜੇ ਨਹੀਂ ਉਪਜੀ, ਉਹਨਾਂ ਨੂੰ ਸੇਵਾ ਦਾ ਪਾਠ ਖੁਦ ਉਹਨਾਂ ਦੇ ਸਾਹਮਣੇ ਨਿਸ਼ਕਾਮ ਸੇਵਾ ਕਰਕੇ ਹੀ ਸਹੀ ਤਰ੍ਹਾਂ ਪੜ੍ਹਾਇਆ ਜਾ ਸਕਦਾ ਹੈ। ਸੇਵਾ ਲਈ ਉਪਦੇਸ਼ ਜਾਂ ਹੁਕਮ ਕਰਕੇ ਨਹੀਂ। ਸੇਵਾ ਦੇ ਨਾਮ ਹੇਠ ਵੰਗਾਰ ਕਰਵਾਉਣ ਦੀ ਪ੍ਰਵਿਰਤੀ ਸ਼ਾਇਦ ਇਸ ਲਈ ਪੈਦਾ ਹੋਈ ਕਿ ਸਿੱਖਾਂ ਅੰਦਰ ਅਜੇ ਤੱਕ ਸੇਵਾ ਸ਼ਬਦ ਅਤੀ ਪਵਿੱਤਰ ਸ਼ਬਦ ਸਮਝਿਆ ਜਾਂਦਾ ਸੀ। ਪਰ ਇਹ ਕਹਿਣ ਵਿੱਚ ਕੋਈ ਅਤਿਕਥਨੀ ਨਹੀਂ ਸੀ ਕਿ ਜੇਕਰ ਇਸ ਪ੍ਰਵਿਰਤੀ ਦਾ ਅਮਲ ਇਸੇ ਹੀ ਤਰ੍ਹਾਂ ਜਾਰੀ ਰਿਹਾ ਤਾਂ ਸਿੱਖਾਂ ਦੀ ਅਗਲੀ ਪੀੜ੍ਹੀ ਲਈ ਸੇਵਾ ਇੱਕ ਘ੍ਰਿਣਿਤ ਸ਼ਬਦ ਬਣ ਜਾਵੇਗਾ। ਇਸ ਦਾ ਇੱਕੋ ਇੱਕ ਹੱਲ ਹੈ ਕਿ ਅੱਜ ਸਿੱਖ ਪੰਥ ਵਿੱਚ ਜਿਨ੍ਹਾਂ ਨੂੰ ਹੁਕਮ ਕਰਨ ਦੀ ਸਮਰੱਥਾ ਹਾਸਿਲ ਹੈ ਜਾਂ ਜੋ ਆਪਣੇ ਆਪ ਨੂੰ ਸਮਰੱਥ ਰੱਖਦੇ ਹਨ ਕਿ ਉਹ ਸਿੱਖੀ ਵਿਚਲੇ ਸੇਵਾ ਦੇ ਸਿਧਾਂਤ ਨੂੰ ਅਮਲੀ ਰੂਪ ਵਿੱਚ ਅਪਣਾਉਣ। ਆਪਣੇ ਆਪ ਨੂੰ ਆਗੂ ਖਵਾਉਣ ਨਾਲ ਹੀ ਧਰਮੀਆਂ ਦੇ ਇਸ ਪੰਥ ਦੀ ਅਗਵਾਈ ਕਰਨ ਦੇ ਸਮਰੱਥ ਨਹੀਂ ਬਣਿਆ ਜਾ ਸਕਦਾ। ਇਸ ਲਈ ਧਰਮ ਦੀ ਕਮਾਈ ਕਰਨੀ ਇੱਕ ਮੁੱਢਲੀ ਲੋੜ ਹੈ। ਧਰਮ ਦੀ ਕਮਾਈ ਕਿਸ ਤਰ੍ਹਾਂ ਕੀਤੀ ਜਾਂਦੀ ਹੈ, ਇਹ ਮਾਰਗ ਗੁਰਮਤਿ ਵਿਚਾਰਧਾਰਾ ਅਤੇ ਗੁਰਮਤਿ ਇਨਕਲਾਬ ਦੇ ਚਾਨਣ ਮੁਨਾਰਿਆਂ ਦੀ ਸੇਧ ਨਾਲ ਹੀ ਲੱਭਿਆ ਜਾ ਸਕਦਾ ਹੈ। ਅਸੀਂ ਜਿਸ ਨੂੰ ਆਪਣੇ ਗੁਰੂ ਕਹਿੰਦੇ ਹਾਂ, ਉਸ ਦੀਆਂ ਪੈੜਾਂ 'ਤੇ ਚੱਲਣਾ ਅਤੇ ਉਸ ਦੇ ਹੁਕਮ ਨੂੰ ਮੰਨਣਾ ਸਾਡਾ ਫਰਜ਼ ਹੈ ਅਤੇ ਉਹ ਗੁਰੂ ਸਾਨੂੰ ਕਹਿ ਰਿਹਾ ਹੈ, ਵਣਜ ਕਰੋ ਮਕਸੂਦ ਲੈ ਮਤ ਪਛਤਾਵੋ, ਔਗਣ ਛੋੜੇ ਗੁਣ ਕਰੋ ਐਸੇ ਤਤ ਭਰਾਵੋ, ਧਰਮ ਭੂਮ ਸਤ ਬੀਜ ਕਰ ਐਸੀ ਕਿਰਸ ਕਮਾਵੋ, ਤਾਂ ਵਪਾਰੀ ਜਾਨੀਐ ਲਾਹਾ ਲੈ ਜਾਵੋ।